ਸਤਿ ਸ਼੍ਰੀ ਅਕਾਲ ਜੀ, ਮੈਂ ਅਨਾਮਿਕਾ ਪੰਜਾਬ ਨਿਊਜ਼ ਵੇਖ ਰਹੇ ਹੋ ਤੁਸੀਂ। ਬੁਲੇਟਿਨ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ। यूसीसी ਨੂੰ ਮਿਲਿਆ ਆਮ ਆਦਮੀ ਪਾਰਟੀ ਦਾ ਸਮਰਥਨ। ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਕਿਹਾ ਦੇਸ਼ ਵਿੱਚ ਲਾਗੂ ਹੋਣਾ ਚਾਹੀਦਾ ਯੂਨੀਫਾਰਮ ਸਿਵਲ ਕੋਡ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਜਾ ਰਿਹਾ ਇਸ ਦਾ ਲਗਾਤਾਰ ਵਿਰੋਧ। गन्ना किसानों ਨੂੰ ਮੋਦੀ ਸਰਕਾਰ ਦਾ ਵੱਡਾ ਤੋਹਫਾ। 315 ਰੁਪਏ ਪ੍ਰਤੀ ਕੁਆਂਟਲ ਦਾ ਰਿਕਾਰਡ ਰੇਟ ਕੀਤਾ ਤੈਅ। ਗੰਨੇ ਦੀ ਖਰੀਦ ਕੀਮਤ ਵਿੱਚ 10 ਰੁਪਏ ਪ੍ਰਤੀ ਕੁਆਂਟਲ ਦਾ ਵਾਧਾ। ਪੰਜਾਬ ਦੇ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਨੇ ਕੀਤਾ ਹੜਤਾਲ ਦਾ ਐਲਾਨ। 3 ਦਿਨਾਂ ਦੀ ਹੜਤਾਲ ਤੇ ਜਾਣਗੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਮੁਲਾਜ਼ਮ। ਪੰਜਾਬ ਸਰਕਾਰ ਤੇ ਲਾਏ ਵਾਅਦਾ ਖਿਲਾਫੀ ਦੇ ਇਲਜ਼ਾਮ। ਸ਼੍ਰੀ ਅਕਾਲ ਤਖਤ ਸਾਹਿਬ 'ਚ ਮਨਾਇਆ ਗਿਆ ਮੀਰੀ ਪੀਰੀ ਦਿਵਸ। ਸੰਗਤਾਂ ਨੂੰ ਕਰਵਾਏ ਮੀਰੀ ਤੇ ਪੀਰੀ ਦੀਆਂ ਤਲਵਾਰਾਂ ਦੇ ਦਰਸ਼ਨ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ यूसीसी ਤੋਂ, ਯਾਨੀ ਕਿ ਯੂਨੀਫਾਰਮ ਸਿਵਲ ਕੋਡ। ਆਖਰ ਕੀ ਹੈ ਯੂਨੀਫਾਰਮ ਸਿਵਲ ਕੋਡ, ਜਿਸ ਦੀ ਵਕਾਲਤ ਪ੍ਰਧਾਨ ਮੰਤਰੀ ਖੁਦ ਨਰਿੰਦਰ ਮੋਦੀ ਤੇ ਹੁਣ ਆਪ ਵੀ ਇਸ ਦੇ ਸਮਰਥਨ ਦੇ ਵਿੱਚ ਉਤਰ ਆਈ ਹੈ ਤੇ ਅਕਾਲੀ ਦਲ ਇਸ ਦਾ ਵਿਰੋਧ ਕਰ ਰਹੀ ਹੈ। ਸਾਲ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਨੀਫਾਰਮ ਸਿਵਲ ਕੋਡ ਦਾ ਮੁੱਦਾ ਇੱਕ ਵਾਰ ਫਿਰ ਤੋਂ ਉਠਾਇਆ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਵਿੱਚ ਯੂਨੀਫਾਰਮ ਸਿਵਲ ਕੋਡ ਦੀ ਵਕਾਲਤ ਕਰਦੇ ਹੋਏ ਕਿਹਾ ਕਿ ਇੱਕੋ ਪਰਿਵਾਰ ਦੇ ਵਿੱਚ ਦੋ ਲੋਕਾਂ ਲਈ ਵੱਖ-ਵੱਖ ਨਿਯਮ ਨਹੀਂ ਹੋ ਸਕਦੇ। ਅਜਿਹੀ ਦੋਹਰੀ ਵਿਵਸਥਾ ਨਾਲ ਘਰ ਕਿਵੇਂ ਚੱਲ ਸਕੇਗਾ। ਇਸ ਦੌਰਾਨ ਪੀਐਮ ਨੇ ਕਿਹਾ ਕਿ ਯੂਨੀਫਾਰਮ ਸਿਵਲ ਕੋਡ ਦੇ ਨਾਮ ਤੇ ਅਜਿਹੇ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਤੁਸੀਂ ਮੈਨੂੰ ਦੱਸੋ, ਇੱਕ ਘਰ ਦੇ ਪਰਿਵਾਰ ਵਿੱਚ ਇੱਕ ਮੈਂਬਰ ਲਈ ਇੱਕ ਕਾਨੂੰਨ ਹੋਵੇ ਤੇ ਦੂਜੇ ਦੇ ਲਈ ਦੂਜਾ ਕਾਨੂੰਨ ਹੋਵੇ ਤਾਂ ਕੀ ਹੋਵੇਗਾ? ਕਦੇ ਵੀ ਚੱਲ ਸਕੇਗਾ ਕਿ ਫਿਰ ਅਜਿਹੀ ਦੋਹਰੀ ਵਿਵਸਥਾ ਨਾਲ ਘਰ ਕਿਵੇਂ ਚੱਲ ਸਕੇਗਾ? ਉਧਰ ਇਸ ਮਾਮਲੇ ਤੇ ਆਮ ਆਦਮੀ ਪਾਰਟੀ ਨੇ ਯੂਨੀਫਾਰਮ ਸਿਵਲ ਕੋਡ ਨੂੰ ਸਿਧਾਂਤਕ ਸਮਰਥਨ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਆਗੂ ਸੰਦੀਪ ਪਾਠਕ ਨੇ ਕਿਹਾ, ਅਸੀਂ ਯੂਨੀਫਾਰਮ ਸਿਵਲ ਕੋਡ ਦਾ ਸਿਧਾਂਤਕ ਤੌਰ ਦੇ ਉੱਤੇ ਸਮਰਥਨ ਕਰਦੇ ਹਾਂ। ਇਹ ਮਸਲਾ ਕਿਉਂਕਿ ਵੱਖ-ਵੱਖ ਧਰਮਾਂ ਤੇ ਫਿਰਕਿਆਂ ਨਾਲ ਜੁੜਿਆ ਹੈ, ਇਸ ਲਈ ਇਸ ਕੋਡ ਬਾਰੇ ਸਾਰੇ ਧਰਮਾਂ ਤੇ ਸਿਆਸੀ ਪਾਰਟੀਆਂ ਦੀ ਸਹਿਮਤੀ ਦੀ ਲੋੜ ਹੈ। ਉਧਰ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਬਿਆਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਤੇ ਜੰਮ ਕੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਦੇਸ਼ ਭਰ ਦੇ ਵਿੱਚ ਇਕਸਾਰ ਸਿਵਲ ਕੋਡ ਲਾਗੂ ਕਰਨ ਦੀ ਤਿਆਰੀ ਤੇ ਇਸ ਨੂੰ ਲਾਗੂ ਕਰਨ ਦਾ ਦੇਸ਼ ਵਿੱਚ ਘੱਟ ਗਿਣਤੀਆਂ ਤੇ ਕਬਾਇਲੀ ਭਾਈਚਾਰਿਆਂ ਤੇ ਮਾਰੂ ਅਸਰ ਪਵੇਗਾ। ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕੀ ਕੁਝ ਕਿਹਾ, ਆਓ ਸੁਣਦੇ ਹਾਂ। 21वां लॉ कमीशन था, उसकी कंसल्टेशन रिपोर्ट आप पढ़िए। 2016 से लेके उसने बहुत से लोगों के साथ कंसल्टेशन की है और उनका अपना ओपिनियन ये है कि ये ना तो पॉसिबल है, फिजिबल है, ना डिज़ायरेबल है। जब आपका लॉ कमीशन कह रहा है कि ये फिजिबल नहीं है, इससे देश में बेविश्वासी पैदा होगी, देश में अस्थिरता पैदा होगी, तनाव पैदा होगा, अमन कानून की स्थिति अफेक्ट होगी। तो फिर आप ज़बरदस्ती इसको क्यों करना चाहते हैं? जब लॉ कमीशन एक ने रिपोर्ट दे दी, फिर दूसरा लॉ कमीशन नए सिरे से फिर काम शुरू कर रहा है, तो ये बात वैसे ही अच्छी नहीं लगती। पिछले लॉ कमीशन की रिपोर्ट तो पढ़ो, जब उसने इतनी विस्तार में रिपोर्ट दी है, उसकी जो सजेशंस हैं वो बहुत अच्छे हैं कि जो पर्सनल लॉ अगर कोई अपने आप में डिस्क्रिमिनेटरी है तो उसमें जो चीज़ गलत है, एक कानून में कोई चीज़ गलत है, उसकी अमेंडमेंट हो सकती है। तो मैं समझता हूँ कि देश की मजबूती को बनाए रखना चाहिए। ये गुलदस्ता जो है ये हमारी खूबसूरती है देश की, तो इसी तरह से देश आगे बढ़े और जो लोग बाहर बैठे हमारे देश के ऊपर पहले से उंगल उठाना चाहते हैं, उनको भी एक ये करारा जवाब होगा कि ये देश उसी तरह शांति से सभी मिलजुल करके आगे बढ़े। तो इसको सोच के करना चाहिए। इस पर संसद में क्या करेगा, विरोध करेगा या इसके पक्ष में रहेगा? नहीं, हम अपनी रिटर्न में राय बढ़ाएंगे। अभी लॉ कमीशन ने ओपिनियन मांगे हैं, तो हम भी विस्तार में इसके खिलाफ जो हमारा व्यू पॉइंट है वो लॉजिकली लेकर के लॉ कमीशन को भेजेंगे, और भी जब पार्लियामेंट में बात होगी तो वहाँ भी हम अपना पक्ष रखेंगे। विरोध मतलब हक में नहीं है? तो हम तो क्लियर कट कह रहे हैं कि देश में हित में नहीं। ਦਰਅਸਲ ਭਾਰਤ ਵਿੱਚ ਵੱਖ-ਵੱਖ ਭਾਈਚਾਰਿਆਂ ਵਿੱਚ ਉਹਨਾਂ ਦੇ ਧਰਮ, ਵਿਸ਼ਵਾਸ ਅਤੇ ਆਸਥਾ ਦੇ ਆਧਾਰ ਤੇ ਵਿਆਹ, ਤਲਾਕ, ਉੱਤਰਾਧਿਕਾਰ ਅਤੇ ਗੋਦ ਲੈਣ ਦੇ ਮਾਮਲਿਆਂ ਵਿੱਚ ਵੱਖ-ਵੱਖ ਕਾਨੂੰਨ ਹਨ। ਹਾਲਾਂਕਿ ਦੇਸ਼ ਦੀ ਆਜ਼ਾਦੀ ਦੇ ਮਗਰੋਂ ਹੀ ਯੂਨੀਫਾਰਮ ਸਿਵਲ ਕੋਡ ਜਾਂ ਸਮਾਨ ਨਾਗਰਿਕਤਾ ਕੋਡ ਦੀ ਮੰਗ ਕੀਤੀ ਜਾਂਦੀ ਹੈ। ਇਸ ਦੇ ਤਹਿਤ ਅਜਿਹਾ ਇਕਲੌਤਾ ਕਾਨੂੰਨ ਹੋਵੇਗਾ ਜਿਸ ਦੇ ਵਿੱਚ ਕਿਸੇ ਵੀ ਧਰਮ, ਲਿੰਗ ਅਤੇ ਜਿਨਸੀ ਰੁਝਾਨ ਦੀ ਪਰਵਾਹ ਨਹੀਂ ਕੀਤੀ ਜਾਵੇਗੀ। ਲਾ ਕਮਿਸ਼ਨ ਨੇ ਵੀ ਇਸ ਮਹੀਨੇ ਦੇ ਸ਼ੁਰੂ ਵਿੱਚ ਰਾਜਨੀਤਿਕ ਤੌਰ ਤੇ ਸੰਵੇਦਨਸ਼ੀਲ ਇਸ ਮੁੱਦੇ ਤੇ ਜਨਤਕ ਅਤੇ ਮਾਨਤਾ ਪ੍ਰਾਪਤ
ਧਾਰਮਿਕ ਸੰਗਠਨਾਂ ਸਮੇਤ ਸਾਰੇ ਪੱਖਾਂ ਤੋਂ ਸੁਝਾਅ ਮੰਗ ਕੇ ਯੂਨੀਫਾਰਮ ਸਿਵਲ ਕੋਡ ਤੇ ਸਲਾਹ ਮਸ਼ਵਰੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਬਿਊਰੋ ਰਿਪੋਰਟ। ਸੋਨੇ ਦੀਆਂ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਯਾਨੀ ਕਿ MSP ਵਧਾਉਣ ਤੋਂ ਬਾਅਦ ਮੋਦੀ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਵੀ ਵੱਡਾ ਤੋਹਫਾ ਦੇ ਦਿੱਤਾ ਹੈ। ਕੇਂਦਰੀ ਕੈਬਨਿਟ ਮੀਟਿੰਗ ਦੇ ਵਿੱਚ ਮੋਦੀ ਸਰਕਾਰ ਨੇ ਅਗਲੇ ਸੀਜ਼ਨ ਲਈ ਗੰਨੇ ਦੇ ਵਾਜਬ ਅਤੇ ਲਾਹੇਵੰਦ ਭਾਅ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਹੋਰ ਕਿਹੜੇ ਫੈਸਲਿਆਂ ਤੇ ਮੋਹਰ ਲਗਾਈ ਗਈ ਹੈ, ਆਓ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ 2023-24 ਲਈ ਗੰਨੇ ਦਾ ਰੇਟ 315 ਰੁਪਏ ਪ੍ਰਤੀ ਕੁਇੰਟਲ ਤੈਅ ਕਰ ਦਿੱਤਾ ਗਿਆ ਹੈ। ਬੁੱਧਵਾਰ ਸ਼ਾਮ ਨੂੰ ਇਹ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ, ਕੈਬਨਿਟ ਨੇ ਸਾਲ 2023-24 ਲਈ ਗੰਨੇ ਦੀ ਹੁਣ ਤੱਕ ਦੀ ਸਭ ਤੋਂ ਉੱਚੀ ਉਚਿਤ ਅਤੇ ਲਾਹੇਵੰਦ ਕੀਮਤ 315 ਰੁਪਏ ਪ੍ਰਤੀ ਕੁਇੰਟਲ ਨੂੰ ਮਨਜ਼ੂਰੀ ਦਿੱਤੀ ਹੈ। ਇਸ ਫੈਸਲੇ ਨਾਲ 5 ਕਰੋੜ ਗੰਨਾ ਕਾਸ਼ਤਕਾਰਾਂ ਅਤੇ ਉਹਨਾਂ ਦੇ ਆਸ਼ਰਿਤਾਂ ਦੇ ਨਾਲ-ਨਾਲ ਖੰਡ ਮਿੱਲਾਂ ਅਤੇ ਸੰਬੰਧਿਤ ਸਹਾਇਕ ਗਤੀਵਿਧੀਆਂ ਵਿੱਚ ਕੰਮ ਕਰਦੇ 5 ਲੱਖ ਕਾਮਿਆਂ ਨੂੰ ਲਾਭ ਹੋਵੇਗਾ। आज तक का सबसे ज़्यादा जो दाम है 315 रुपये प्रति क्विंटल मूल्य उसको निर्धारित किया गया है। ये गन्ने के मूल्य का भुगतान चीनी मिलों द्वारा सीधे तौर पर किसानों को किया जाएगा और ये कृषि लागत और मूल्य आयोग CACP इसके द्वारा पहले स्टेट से, स्टेक होल्डर से सबसे इनके सुझाव और रिकमेंडेशन लेने के बाद गन्ने की उत्पादन लागत व अन्य बाय प्रोडक्ट जैसे कि गुड़, गन्ने की खोई सबको उचित प्रॉफिट मार्जिन जैसे फैक्टर्स को ध्यान में रखते हुए तय किया जाता है। पिछले साल ये 305 था, इस साल 315 किया गया है। तो नेशनल रिसर्च फाउंडेशन इसकी स्थापना का निर्णय अब इसके लिए नेशनल रिसर्च फाउंडेशन बिल 2023 इसको पार्लियामेंट में लाया जाएगा और जो हमारा साइंस एंड इंजीनियरिंग रिसर्च बोर्ड एक्ट 2008 है उसको रिपील किया जाएगा। प्रधानमंत्री मोदी जी ने कहा, जय जवान, जय किसान, जय विज्ञान और जय अनुसंधान। तो अनुसंधान की जब बात आती तो रिसर्च को बल देने के लिए आज मंत्रिमंडल ने नेशनल रिसर्च फाउंडेशन की स्थापना के लिए नेशनल रिसर्च फाउंडेशन बिल 2023 को संसद में प्रस्तुत करने की अनुमति दी है। इसमें फाउंडेशन के गतिविधियों को हाई लेवल पर स्ट्रैटेजिक डायरेक्शन देने के लिए 15 से 25 एमिनेंट रिसर्चर्स और प्रोफेशनल इसके गवर्निंग बोर्ड के सदस्य होंगे और नेशनल रिसर्च फाउंडेशन के गवर्निंग बोर्ड की अध्यक्षता प्रधानमंत्री जी करेंगे। ਇਸ ਦੇ ਨਾਲ ਹੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਪ੍ਰਣਾਮ ਯੋਜਨਾ ਅਤੇ ਯੂਰੀਆ ਗੋਲਡ ਯੋਜਨਾ ਸਮੇਤ ਕਈ ਹੋਰ ਯੋਜਨਾਵਾਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਖੇਤੀਬਾੜੀ ਪ੍ਰਬੰਧਨ ਯੋਜਨਾ ਲਈ ਵਿਕਲਪਕ ਪੌਸ਼ਟਿਕ ਤੱਤਾਂ ਨੂੰ ਉਤਸ਼ਾਹਿਤ ਕਰਨਾ ਯੋਜਨਾ ਦਾ ਉਦੇਸ਼ ਜੈਵਿਕ ਖਾਦਾਂ ਦੇ ਨਾਲ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ। ਦੱਸ ਦਈਏ ਕਿ ਇਸ ਯੋਜਨਾ ਦਾ ਐਲਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸਾਲ 2023-24 ਦੇ ਬਜਟ ਵਿੱਚ ਕੀਤਾ ਸੀ। ਇਸ ਦੇ ਪਿੱਛੇ ਡਰਾਈਵਿੰਗ ਪੁਆਇੰਟ ਰਸਾਇਣਿਕ ਖਾਦਾਂ ਤੇ ਸਬਸਿਡੀ ਦੇ ਬੋਝ ਨੂੰ ਘਟਾਉਣਾ ਹੈ, ਜੋ ਕਿ ਸਾਲ 2022-23 ਵਿੱਚ 2.25 ਲੱਖ ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਸਾਲਾਂ ਨਾਲੋਂ ਬਹੁਤ ਜ਼ਿਆਦਾ ਹੈ। ਬਿਊਰੋ ਰਿਪੋਰਟ। श्री गुरु हरगोबिंद साहिब ਦੇ ਮੀਰੀ ਪੀਰੀ ਦਿਵਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ। ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਈਆਂ। ਅਕਾਲ ਤਖਤ ਸਾਹਿਬ ਦੇ ਨਵੇਂ ਬਣੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸੰਗਤਾਂ ਨੂੰ ਸੰਬੋਧਨ ਵੀ ਕੀਤਾ ਗਿਆ। ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਗੁਰਮਤਿ ਸਮਾਗਮ ਕਰਵਾਏ ਗਏ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜਿਆ।
ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਨੇ ਮੀਰੀ ਪੀਰੀ ਦਿਵਸ ਦੀ ਸੰਗਤ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਅੱਜ ਦਾ ਦਿਨ ਸਿੱਖ ਕੌਮ ਦੇ ਲਈ ਬੇहद ਖਾਸ ਹੈ, ਕਿਉਂਕਿ ਇਸ ਦਿਨ ਤਖਤ ਤੇ ਬਿਰਾਜਮਾਨ ਹੋ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਸਨ। ਉਹਨਾਂ ਕਿਹਾ ਕਿ ਕੌਮ ਨੂੰ ਆਪਣੀਆਂ ਰਵਾਇਤਾਂ ਤੇ ਪਰੰਪਰਾਵਾਂ ਤੇ ਪਹਿਰਾ ਦੇਣਾ ਚਾਹੀਦਾ ਹੈ। ਸਮਾਗਮ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੁਸ਼ੋਭਿਤ ਗੁਰੂ ਸਾਹਿਬ ਦੀਆਂ ਇਤਿਹਾਸਿਕ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ। और संगतां ने सतगुरां दे हुकम नूं मानदिआं होइआं अपने बच्चे अपने जवान उह सतगुरां नूं भेंट कीते, शास्त्र भेंट कीते, घोड़े भेंट कीते ते सतगुरां पासों संगतां ने बख्शिशां प्राप्त कर दित्तिआं। सतगुरां ने कहा कि फैल जाओ पिंडां विच, एक भावना मचा दिओ, प्रचार करो कि जब तक कि बाबर बाणी खत्म नहीं हो जाती उन्ना चिर साडी श्री ਸਾਹਿਤ ਜਿਹੜੀ ਹੈ ਚੱਲਦੀ ਰਹੇਗੀ। ਇਸ ਮੌਕੇ ਸਿੰਘ ਸਾਹਿਬਾਨ ਨੇ ਪ੍ਰਮੁੱਖ ਸ਼ਖਸੀਅਤਾਂ ਨੂੰ ਗੁਰੂ ਬਖਸ਼ਿਸ਼ ਸਿਰਪਾਓ ਦੇ ਕੇ ਸਤਿਕਾਰ ਦਿੱਤਾ। ਇਸ ਦਰਮਿਆਨ ਸਮਾਗਮ 'ਚ ਹਾਜ਼ਰੀ ਭਰਨਾਈਆਂ ਸੰਗਤਾਂ ਦੇ ਬੋਲੇ ਸੋ ਨਿਹਾਲ ਜੈਕਾਰਿਆਂ ਨਾਲ ਪੂਰਾ ਤਖਤ ਗੂੰਜ ਉੱਠਿਆ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ। ਸਿੱਖ ਗੁਰਦੁਆਰਾ ਸੋਧ ਬਿੱਲ ਨੂੰ ਲੈ ਕੇ ਸੂਬੇ ਦੀ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ ਬਿੱਲ 2023 ਅਤੇ ਪੰਜਾਬ ਪੁਲਿਸ ਐਕਟ ਸੋਧ ਬਿੱਲ 2023 ਹੁਣ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਪਹੁੰਚ ਗਏ ਹਨ। ਸਵਾਲ ਇਹ ਹੈ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇਹਨਾਂ ਬਿੱਲਾਂ ਨੂੰ ਕਾਨੂੰਨੀ ਰੂਪ ਦੇਣ ਲਈ ਮਨਜ਼ੂਰੀ ਦੇਣਗੇ ਜਾਂ ਫਿਰ ਨਹੀਂ। ਪੰਜਾਬ ਵਿਧਾਨ ਸਭਾ ਦੇ ਵੱਲੋਂ ਪਾਸ ਕੀਤੇ ਗਏ 4 ਬਿੱਲਾਂ ਦੇ ਵਿੱਚੋਂ 2 ਬਿੱਲ ਰਾਜਪਾਲ ਕੋਲ ਭੇਜੇ ਗਏ ਨੇ। ਜਾਣਕਾਰੀ ਮੁਤਾਬਕ ਇਹਨਾਂ ਦੇ ਵਿੱਚੋਂ ਸਿੱਖ ਗੁਰਦੁਆਰਾ ਐਕਟ ਬਿੱਲ 2023 ਤੇ ਪੰਜਾਬ ਪੁਲਿਸ ਐਕਟ ਸੋਧ ਬਿੱਲ 2023 ਹੁਣ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਪਹੁੰਚ ਗਏ ਨੇ। ਹੁਣ ਸਵਾਲ ਇਹ ਹੈ ਕਿ ਕੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਇਹਨਾਂ ਬਿੱਲ ਨੂੰ ਕਾਨੂੰਨੀ ਰੂਪ ਦੇਣ ਦੇ ਲਈ ਮਨਜ਼ੂਰੀ ਦੇਣਗੇ ਜਾਂ ਨਹੀਂ, ਕਿਉਂਕਿ ਸਿੱਖ ਗੁਰਦੁਆਰਾ ਐਕਟ 1925 ਦੇ ਵਿੱਚ ਪੰਜਾਬ ਸਰਕਾਰ ਨੇ ਸੋਧ ਕਰਕੇ ਇੱਕ ਨਵੀਂ ਧਾਰਾ 125A ਜੋੜ ਦਿੱਤੀ ਸੀ। ਵਿਧਾਨ ਸਭਾ ਦੇ ਵਿੱਚ ਇਸ ਬਿੱਲ ਨੂੰ ਪਾਸ ਵੀ ਕਰ ਦਿੱਤਾ ਗਿਆ ਸੀ। ਸਿੱਖ ਗੁਰਦੁਆਰਾ ਐਕਟ ਵਿੱਚ ਕੀਤੀ ਗਈ ਸੋਧ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕੀਤਾ। ਇਸੇ ਨੂੰ ਲੈ ਕੇ ਹੀ ਸ਼੍ਰੋਮਣੀ ਕਮੇਟੀ ਦਾਅਵਾ ਕਰ ਰਹੀ ਹੈ ਕਿ ਮਾਨ ਸਰਕਾਰ ਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਇਸ ਦੇ ਵਿੱਚ ਸੋਧ ਕੀਤੀ। ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਕਰਨ ਦਾ ਅਧਿਕਾਰ ਸਿਰਫ ਕੇਂਦਰ ਸਰਕਾਰ ਕੋਲ ਸੀ, ਪਰ ਮਾਨ ਸਰਕਾਰ ਨੇ ਧੱਕੇ ਦੇ ਨਾਲ ਇਸ ਦੇ ਵਿੱਚ ਸੋਧ ਕਰ ਦਿੱਤੀ। ਪੰਜਾਬ ਸਰਕਾਰ ਦੇ ਵੱਲੋਂ ਸਿੱਖ ਗੁਰਦੁਆਰਾ ਐਕਟ ਵਿੱਚ ਸੋਧ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ 26 ਜੂਨ ਨੂੰ ਵਿਸ਼ੇਸ਼ ਇਜਲਾਸ ਸੱਦ ਕੇ ਸਰਕਾਰ ਦੇ ਐਕਟ ਵਿੱਚ ਕੀਤੀ ਸੋਧ ਨੂੰ ਖਾਰਜ ਕਰ ਦਿੱਤਾ ਸੀ ਤੇ ਮਤਾ ਪਾਸ ਕਰ ਦਿੱਤਾ ਸੀ। ਅੱਗੇ ਤੋਂ ਸਿੱਖ ਗੁਰਦੁਆਰਾ ਐਕਟ ਦੇ ਵਿੱਚ ਸੋਧ ਕਰਨ ਦਾ ਹੱਕ ਨਾ ਤਾਂ ਕੇਂਦਰ ਸਰਕਾਰ ਕੋਲ ਰਹੇਗਾ ਤੇ ਨਾ ਹੀ ਪੰਜਾਬ ਸਰਕਾਰ ਦੇ ਕੋਲ ਰਹੇਗਾ, ਜਦੋਂ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਸਦਨ ਦੇ ਵਿੱਚ ਪਾਸ ਨਹੀਂ ਕੀਤਾ ਜਾਂਦਾ। ਦੱਸਿਆ ਕਿ ਰਾਜਪਾਲ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਬਿੱਲ ਨੂੰ ਕਾਨੂੰਨੀ ਰੂਪ ਨਹੀਂ ਦਿੱਤਾ ਜਾਂਦਾ। ਰਾਜਪਾਲ ਹੀ ਕਿਸੇ ਬਿੱਲ ਨੂੰ ਮਨਜ਼ੂਰ ਕਰਕੇ ਅੱਗੇ ਰਾਸ਼ਟਰਪਤੀ ਕੋਲ ਪਹੁੰਚਾਉਂਦੇ ਨੇ। ਪਰ ਪੰਜਾਬ ਦੇ ਵਿੱਚ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਵਿਚਾਲੇ ਤਕਰਾਰ ਵਧੀ ਹੋਈ ਹੈ, ਉਸ ਨੂੰ ਵੇਖਦੇ ਹੋਏ ਰਾਜਪਾਲ ਇਹਨਾਂ ਤੇ ਸਸਪੈਂਸ ਬਣਾ ਕੇ ਰੱਖ ਸਕਦੇ ਨੇ। ਬਿਊਰੋ ਰਿਪੋਰਟ। ਹੁਣ ਗੱਲ ਕਰਾਂਗੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਮੁਲਾਜ਼ਮਾਂ ਦੀ, ਜਿਨ੍ਹਾਂ ਆਪਣੀਆਂ ਮੰਗਾਂ ਨੂੰ ਲੈ ਕੇ 3 ਦਿਨਾਂ ਹੜਤਾਲ ਦਾ ਐਲਾਨ ਕਰ ਦਿੱਤਾ ਹੈ। ਕੀ ਇਹ ਵਜ੍ਹਾ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ। ਸਰਕਾਰ ਵੱਲੋਂ ਦਿੱਤੇ ਭਰੋਸੇ ਦੇ ਬਾਵਜੂਦ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ ਸੂਬੇ ਭਰ ਦੇ ਸਮੂਹ ਡੀਸੀ ਦਫ਼ਤਰਾਂ ਦੇ ਮੁਲਾਜ਼ਮ 10 ਤੋਂ 12 ਜੁਲਾਈ ਤੱਕ ਹੜਤਾਲ ਤੇ ਰਹਿਣਗੇ। ਹੋਰ ਮੰਗਾਂ ਵਿੱਚ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਨੂੰ ਪਿਛਲੇ 2 ਸਾਲਾਂ ਤੋਂ ਸੁਪਰਡੈਂਟ ਗ੍ਰੇਡ 2 'ਚ ਤਰੱਕੀ ਨਾ ਦਿੱਤੀ ਜਾਣੀ ਤੇ ਸੀਨੀਅਰ ਸਹਾਇਕਾਂ ਨੂੰ ਸਿੱਧੀ ਭਰਤੀ ਦੀਆਂ ਅਸਾਮੀਆਂ ਤੇ ਤਰੱਕੀ ਦੇਣ। ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਤੱਕ 25% ਤਰੱਕੀ ਕੋਟਾ ਸ਼ਾਮਲ ਹਨ। ਦਫ਼ਤਰ ਕਰਮਚਾਰੀ ਯੂਨੀਅਨ ਦੀ ਮੀਟਿੰਗ ਮਾਲ ਮੰਤਰੀ ਪੰਜਾਬ ਅਤੇ ਵਿੱਤ ਕਮਿਸ਼ਨਰ ਪੰਜਾਬ ਨਾਲ 6 ਜੂਨ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ, ਜਿਸ ਵਿੱਚ ਸਾਰੀਆਂ ਮੰਗਾਂ ਸੰਬੰਧੀ ਯੂਨੀਅਨ ਨਾਲ ਗੱਲਬਾਤ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਮੰਗਾਂ ਸੰਬੰਧੀ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਯੂਨੀਅਨ ਨੇ ਫੈਸਲਾ ਲਿਆ ਕਿ ਸੂਬੇ ਦੇ ਡੀਸੀ ਦਫ਼ਤਰਾਂ ਦੇ ਕਰਮਚਾਰੀ 10 ਤੋਂ 12 ਜੁਲਾਈ ਤੱਕ ਕਲਮ ਛੋੜ ਹੜਤਾਲ ਤੇ ਜਾਣਗੇ ਤੇ ਕੰਪਿਊਟਰ ਬੰਦ ਰੱਖਣਗੇ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ
ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ ਮੰਨੀਆਂ ਮੰਗਾਂ ਲਾਗੂ ਨਾ ਕਰਨ ਦੇ ਰੋਸ 'ਚ ਪੀਆਰਟੀਸੀ ਰੋਡਵੇਜ਼ ਦੇ ਕੱਚੇ ਕਾਮੇ 2 ਦਿਨਾਂ ਤੱਕ ਹੜਤਾਲ ਤੇ ਚਲੇ ਗਏ ਸਨ। ਹਾਲਾਂਕਿ ਦੇਰ ਸ਼ਾਮ ਸਰਕਾਰ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਉਹਨਾਂ ਇੱਕ ਦਿਨ ਬੱਸ ਬੰਦ ਰੱਖਣ ਤੋਂ ਬਾਅਦ ਹੜਤਾਲ ਵਾਪਸ ਲੈ ਲਈ ਸੀ। ਬਿਊਰੋ ਰਿਪੋਰਟ। ਪੰਜਾਬ ਸਰਕਾਰ ਵੱਲੋਂ ਤਨਖਾਹਾਂ ਤੇ ਵਿਕਾਸ ਟੈਕਸ ਲਾਉਣ ਦੇ ਵਿਰੋਧ ਦੇ ਵਿੱਚ ਪੈਨਸ਼ਨਰਾਂ ਵੱਲੋਂ ਕੈਬਨਿਟ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਸੈਂਕੜੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਮੰਗਾਂ ਪੂਰੀਆਂ ਨਾ ਹੋਣ ਦੀ ਚੇਤਾਵਨੀ ਦਿੰਦਿਆਂ ਕੀ ਕੁਝ ਕਿਹਾ ਪ੍ਰਦਰਸ਼ਨਕਾਰੀਆਂ ਨੇ, ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ। ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਤਨਖਾਹਾਂ ਤੇ ਵਿਕਾਸ ਟੈਕਸ ਲਾਉਣ ਦੇ ਵਿਰੋਧ 'ਚ ਪੈਨਸ਼ਨਰਾਂ ਵੱਲੋਂ ਕੈਬਨਿਟ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਆਗੂਆਂ ਨੇ ਪੰਜਾਬ ਸਰਕਾਰ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਲਗਾਏ ਅਤੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਵਾਅਦਾ ਕੀਤਾ ਸੀ ਉਹ ਸਰਕਾਰ ਬਣਨ ਤੋਂ ਬਾਅਦ ਉਸ ਦੇ ਪੂਰੇ ਉਲਟ ਨੇ। ਜੀ ਆ ਟੈਕਸ ਲਾਇਆ 200 ਰੁਪਏ ਦਾ ਪੈਨਸ਼ਨਰਾਂ ਤੇ, ਜਦੋਂ ਕਿ ਬੁਢਾਪੇ ਦੇ ਵਿੱਚ ਇਹਨਾਂ ਨੇ ਕੁਝ ਕੰਸੈਸ਼ਨ ਦੇਣੇ ਹੁੰਦੇ ਨੇ ਬੁਢਾਪੇ 'ਚ, ਲੇਕਿਨ ਇਹ ਉਹਨਾਂ ਨੂੰ ਪੈਨਸ਼ਨਰਾਂ ਨੂੰ ਤੰਗ ਕਰ ਰਹੀ ਹੈ। ਉਹ ਸਿਲਸਿਲੇ ਦੇ ਵਿੱਚ ਅਸੀਂ ਇੱਥੇ ਇਕੱਠੇ ਹੋਏ ਨੇ। ਅਸੀਂ ਬਲਕਿ ਸਾਡੀਆਂ ਹੋਰ ਮੰਗਾਂ ਕਈ ਵਾਰੀ ਮਿਨਿਸਟਰਾਂ ਦੇ ਨਾਲ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਨੇ। ਜਿਹੜਾ ਪੇ ਕਮਿਸ਼ਨ ਹੈ 6ਵਾਂ ਪੇ ਕਮਿਸ਼ਨ ਹੈ ਉਹ ਅਜੇ ਤੱਕ ਲਾਗੂ ਹੀ ਨਹੀਂ ਕਰਿਆ ਹੈਗਾ ਪੈਨਸ਼ਨਰਾਂ ਤੇ, ਔਰ ਜਦੋਂ ਬਾਰ-ਬਾਰ ਅਸੀਂ ਕਰਦੇ ਹਾਂ ਉਹਨੂੰ ਟਾਲ ਮਟੋਲ ਦੀ ਨੀਤੀ ਵਰਤੀ ਹੋਈ ਹੈ। ਮੈਂ ਸਮਝਦਾ ਵੀ ਇਹ ਸਰਕਾਰ ਕਈ ਵਾਰੀ ਸਾਨੂੰ ਮੀਟਿੰਗਾਂ ਦੇ ਕੇ ਇਹਨਾਂ ਨੇ ਇਹ ਪਿੱਛੇ ਭੱਜੇ ਨੇ, ਮੀਟਿੰਗਾਂ ਤੋਂ ਇਹ ਭੱਜੇ ਨੇ। ਹੁਣ ਵੀ ਜਿਹੜੀ ਹੈ 3 ਤਾਰੀਖ ਦੀ ਮੀਟਿੰਗ ਦਿੱਤੀ ਹੋਈ ਸੀ ਸਾਨੂੰ, 3 ਤਾਰੀਖ ਨੂੰ ਇਹ ਪਿੱਛੇ ਭੱਜ ਗਏ ਕਿ ਅਸੀਂ 18 ਜੁਲਾਈ ਨੂੰ ਤੁਹਾਡੀ ਮੀਟਿੰਗ ਕਰਾਂਗੇ, ਪਰ ਸਾਨੂੰ ਲੱਗਦਾ ਕਿ 18 ਜੁਲਾਈ ਨੂੰ ਵੀ ਇਹ ਭੱਜਣਗੇ, ਕਿਉਂਕਿ ਇਹਨਾਂ ਕੋਲ ਸਾਡੇ ਸਵਾਲਾਂ ਦਾ ਜਵਾਬ ਕੋਈ ਨਹੀਂ। ਇਹ ਸਿਰਫ ਰੰਗ ਟਪਾਊ ਸਰਕਾਰ ਹੈ। ਅੱਗੇ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਲਿਆ ਗਿਆ ਫੈਸਲਾ ਮੁਲਾਜ਼ਮਾਂ ਵਿਰੋਧੀ ਹੈ। ਸਰਕਾਰ ਨੂੰ ਆਪਣਾ ਫੈਸਲਾ ਤੁਰੰਤ ਵਾਪਿਸ ਲੈਣਾ ਚਾਹੀਦਾ ਹੈ। ਜੇਕਰ ਇਹ ਫੈਸਲਾ ਵਾਪਿਸ ਨਾ ਲਿਆ ਗਿਆ ਤਾਂ ਉਹ ਆਉਣ ਵਾਲੇ ਦਿਨਾਂ 'ਚ ਸਰਕਾਰ ਖਿਲਾਫ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ। ਕਿਉਂਕਿ ਜਿਹੜੀ ਪੰਜਾਬ ਦੀ ਸਰਕਾਰ ਆ ਇਹ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਆਈ ਸੀ। ਜਿਹੜਾ 200 ਰੁਪਈਆ ਜਿਹੜਾ ਹੁਣ ਕਰੰਟ ਮੁੱਦਾ 200 ਰੁਪਈਆ ਡਿਵੈਲਪਮੈਂਟ ਟੈਕਸ ਆ, ਇਹ ਸਰਕਾਰ ਨੇ ਪਹਿਲਾਂ ਮੁਲਾਜ਼ਮਾਂ ਉੱਪਰ ਕਾਂਗਰਸ ਸਰਕਾਰ ਨੇ ਲਾਇਆ ਸੀ। ਇਹਨਾਂ ਨੇ ਇੱਕ ਕਦਮ ਅੱਗੇ ਵਧਾਉਂਦੇ ਹੋਏ ਇਹ ਮੁਲਾਜ਼ਮਾਂ ਤੋਂ ਬਾਅਦ ਪੈਨਸ਼ਨਰਾਂ ਤੇ ਵੀ ਥੋਪ ਦਿੱਤਾ, ਜਦਕਿ ਵਾਅਦਾ ਸਾਡੇ ਨਾਲ ਮੁਲਾਜ਼ਮਾਂ ਨਾਲ ਇਹ ਕੀਤਾ ਸੀ ਜਿਹੜਾ 200 ਰੁਪਈਆ ਜਜੀਆ ਕਰ ਆ ਇਹ ਮੁਲਾਜ਼ਮਾਂ ਦੇ ਉੱਪਰ ਹਟਾ ਦਿੱਤਾ ਜਾਊਗਾ। ਇਹਨਾਂ ਨੇ ਹਟਾਉਣਾ ਤਾਂ ਕਿਸੇ ਇਹ ਪੈਨਸ਼ਨਰਾਂ ਉੱਪਰ ਵੀ ਲਾ ਦਿੱਤਾ, ਜਿਹਦੇ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵਿੱਚ ਭਾਰੀ ਰੋਸ ਆ। ਕਿਉਂਕਿ ਜਿਹੜੀਆਂ ਸਾਡੀਆਂ ਡੀਏ ਦੀਆਂ ਕਿਸ਼ਤਾਂ ਨੇ ਜਾਂ ਜਿਹੜਾ ਸਾਡੀਆਂ ਹੋਰ ਬਕਾਇਆ ਮੰਗਾਂ ਨੇ ਉਹ ਤਾਂ ਇਹਨਾਂ ਨੇ ਹੱਲ ਕੀ ਕਰਨੀਆਂ ਸੀ। ਸਾਨੂੰ ਗੁਨਾਂਗਤਾ ਕੀ ਦੇਣਾ ਸੀ 2.59 ਦਾ, ਇਹਨਾਂ ਨੇ ਇੱਕ ਕਦਮ ਵੱਧਦੇ ਹੋਏ ਸਾਡੇ ਤੇ ਜਜੀਆ ਕਰ ਥੋਪ ਦਿੱਤਾ, ਜਿਹਦੇ ਕਰਕੇ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਨੇ। ਇਹ ਕੇਵਲ ਇੱਥੇ ਨਹੀਂ ਲੱਗ ਰਿਹਾ, ਪੂਰੇ ਪੰਜਾਬ ਦੇ ਡਿਸਟ੍ਰਿਕਟ ਹੈੱਡਕੁਆਟਰਾਂ ਦੇ ਉੱਪਰ ਰੋਸ ਮੁਜ਼ਾਹਰੇ ਹੋ ਰਹੇ ਨੇ। ਤੇ ਅੱਜ ਅਸੀਂ ਜਿਹੜਾ ਸਾਡਾ ਕੈਬਨਿਟ ਮੰਤਰੀ ਆ ਇਸੇ ਹਲਕੇ ਦਾ ਮੀਤ ਹੇਅਰ, ਉਹਦੇ ਅੱਗੇ ਅਸੀਂ ਇਹਦੀਆਂ ਜਿਹੜੇ ਕਾਪੀਆਂ ਫੂਕ ਕੇ ਆਏ ਆ। ਤੇ ਜਿਹੜਾ ਸਾਡਾ ਇਹ ਰੋਸ ਮੁਜ਼ਾਹਰਾ ਗਾ ਹੋਰ ਵੀ ਤੇਜ਼ੀ ਦੇ ਨਾਲ ਅੱਗੇ ਇਹ ਵੱਧਦਾ ਜਾਊਗਾ। ਰੋਸ ਮੁਲਾਜ਼ਮਾਂ ਦੇ ਵਿੱਚ ਵੱਧਦਾ ਜਾਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤਿੱਖੇ ਜਿਹੜੇ ਸੰਘਰਸ਼ ਆ ਉਹ ਲਿਖੇ ਜਾਣਗੇ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਦਿੰਦੀ ਹੈ ਜਾਂ ਫਿਰ ਨਹੀਂ, ਜਾਂ ਪੈਨਸ਼ਨਰਾਂ ਨੂੰ ਹੋਰ ਕਿੰਨਾ ਸਮਾਂ ਸੜਕਾਂ ਤੇ ਰੁਲਣਾ ਪਵੇਗਾ। ਬਰਨਾਲਾ ਤੋਂ ਵਨੀਤ ਸ਼ਰਮਾ ਦੀ ਰਿਪੋਰਟ। ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਪੰਜਾਬੀਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਖੰਨਾ ਤੋਂ ਜਿੱਥੇ ਨੌਜਵਾਨ ਦੀ ਅਮਰੀਕਾ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਉੱਥੇ ਹੀ ਜ਼ਿਲ੍ਹਾ ਸੰਗਰੂਰ ਤੋਂ 6 ਮਹੀਨੇ ਪਹਿਲਾਂ ਕੈਨੇਡਾ ਗਈ ਵਿਆਹੁਤਾ ਦੀ ਵੀ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਆਈ ਹੈ। ਪਰਿਵਾਰਾਂ ਵੱਲੋਂ ਦੋਹਾਂ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਵਿਦੇਸ਼ਾਂ 'ਚ ਪੰਜਾਬੀਆਂ ਦੀ ਮੌਤਾਂ ਦਾ ਸਿਲਸਿਲਾ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ। ਹੁਣ ਅਮਰੀਕਾ ਤੇ ਕੈਨੇਡਾ ਤੋਂ 2 ਪੰਜਾਬੀਆਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਅਮਰੀਕਾ ਦੇ ਕੈਲੀਫੋਰਨੀਆ 'ਚ ਰਹਿੰਦੇ ਖੰਨਾ ਦੇ 40 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ। ਮੌਤ ਦੀ ਖਬਰ ਖੰਨਾ ਪਹੁੰਚਦੇ ਹੀ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ। ਮ੍ਰਿਤਕ ਅਮਨਦੀਪ ਸਿੰਘ ਦੀ ਮਾਂ ਜਸਪਾਲ ਕੌਰ ਤੇ ਭਰਾ ਰਜਿੰਦਰ ਸਿੰਘ ਨੇ ਰੋਂਦੇ ਹੋਏ ਦੱਸਿਆ ਕਿ ਉਹਨਾਂ ਦਾ ਛੋਟਾ ਬੇਟਾ ਅਮਨਦੀਪ ਸਿੰਘ 7 ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ, ਜਿੱਥੇ ਉਹ ਸ਼ੋਰੂਮ 'ਚ ਸੁਰੱਖਿਆ ਗਾਰਡ ਦੀ ਨੌਕਰੀ ਕਰਦਾ ਸੀ। ਭਰਾ ਨੇ ਦੱਸਿਆ ਕਿ ਰਾਤ ਨੂੰ ਫੋਨ ਆਇਆ ਪਰ ਕੁਝ ਪਤਾ ਨਹੀਂ ਚੱਲ ਸਕਿਆ। ਸਵੇਰੇ ਬਾਰ-ਬਾਰ ਫੋਨ ਕੀਤਾ ਪਰ ਕਿਸੇ ਨੇ ਨਹੀਂ ਚੁੱਕਿਆ। ਕੁਝ ਸਮੇਂ ਬਾਅਦ ਪੁਲਿਸ ਅਧਿਕਾਰੀ ਦਾ ਫੋਨ ਆਇਆ ਕਿ ਉਸਦਾ ਭਰਾ ਅਮਨਦੀਪ ਸਿੰਘ ਉਸ ਦੀ ਲਾਸ਼ ਘਰ 'ਚੋਂ ਮਿਲੀ ਹੈ, ਜਿਸ ਤੋਂ ਬਾਅਦ ਪਰਿਵਾਰ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਨੇ ਪੰਜਾਬ ਸਰਕਾਰ ਤੋਂ ਅਮਨਦੀਪ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।
ਮੈਨੂੰ ਕਹਿੰਦੀ ਮੰਮਾ ਕੀ ਕਰਦੇ ਆ? ਮੈਂ ਪੁੱਤ ਮੈਂ ਰੋਟੀ ਬਣਾਉਣ ਡਈ ਆ। ਕਹਿੰਦੀ ਕੀ ਬਣਾਇਆ? ਮੈਂ ਕਿਹਾ ਮੈਂ ਦਾਲ ਚੌਲ ਮਾਣੀ ਬਣਾਏ ਆ। ਕਹਿੰਦੀ ਸੀਟ ਮੇਰੀ ਪੋਤੀ ਮੇਰੇ ਕੋਲ ਖੜੀ ਹੈ ਤੇ ਕੜੀ ਉਹ ਮੇਰੇ ਕੋਲੋਂ ਫੋਨ ਚੁੱਕ ਕੇ ਲੈ ਆਈ। ਉਹਦੀ ਆਦਤ ਸੀ ਬੱਚੇ ਦੀ ਵੀ ਆਪਣੀ ਮੰਮਾ ਨਾਲ ਗੱਲ ਕਰਨੀ। ਮੇਰੇ ਨਾਲ ਇੰਨੀਆਂ ਗੱਲਾਂ ਕੀਤੀਆਂ ਤੇ ਮੈਨੂੰ ਕਹਿੰਦੀ ਚੰਗਾ ਮੰਮੀ ਫਿਰ ਨਹੀਂ ਗੱਲ ਕਰਨ ਦਿੰਦੀ ਤੇ ਮੈਂ ਨਾ ਰਾਤ ਨੂੰ ਤੇਰੇ ਨਾਲ ਫੋਨ 'ਤੇ ਗੱਲ ਕਰਾਂਗੀ ਜਦੋਂ ਇਹ ਸੌਂ ਜਾਏਗੀ। ਅਸੀਂ ਫੋਨ ਢੀਕਦੇ ਰਹੇ ਹਾਂ। ਮੈਂ ਆਪਣੇ ਬੇਟੇ ਨੂੰ ਆਖਿਆ, ਮੈਂ ਕਿਹਾ ਅਮਨ ਤੇ ਦਿਹਾੜੀ ਦੇ 2 ਵਾਰੀ ਸਵੇਰੇ 11 ਵਜੇ ਫੋਨ ਕਰਦੀ ਹੈ ਰਾਤ ਨੂੰ, ਤੇ ਅਮਨ ਦਾ ਨਾ ਅੱਜ ਦੁਪਹਿਰੇ ਫੋਨ ਆਇਆ ਨਾ ਰਾਤ ਨੂੰ। ਤੇ ਇਹਨੂੰ ਕਹਿੰਦਾ ਮੰਮੀ ਪਤਾ ਨਹੀਂ ਉਹ ਕਲਾਸ ਲਾਉਣ ਜਾਂਦੀ ਕਿ ਉਹ ਕੰਮ 'ਤੇ ਵੀ ਜਾਂਦੀ, ਥੱਕ ਗਈ ਹੋਣੀ। ਮੈਂ ਇਹਨੂੰ ਕਿਹਾ, ਮੈਂ ਕਹਿੰਦੀ ਤੂੰ ਫੋਨ ਲਾ ਉਹਨੂੰ, ਮੈਸੇਜ ਭੇਜ ਦੇ। ਉਹਨੇ ਭੇਜ ਦੇਣਾ ਉਸੇ ਮੌਕੇ। ਇਹਨੇ ਮੈਸੇਜ ਹੀ ਭੇਜਿਆ, ਫੋਨ ਲਾਇਆ ਤੇ ਉਹਦਾ ਫੋਨ ਨਹੀਂ ਆਇਆ। ਫਿਰ ਉਸ ਤੋਂ ਬਾਅਦ ਦਿਨ ਚੜ੍ਹ ਗਿਆ ਤੇ ਇਹ ਕੰਮ ਗਿਆ ਸਵੇਰੇ। ਕਹਿੰਦਾ ਮੰਮੀ ਉੱਠ ਮੈਨੂੰ ਨਾ ਚਾਹ ਬਣਾ ਦੇ, ਮੈਂ ਕੱਦੂ ਕਰਨ ਜਾਣਾ। ਚਲਾ ਚੱਲ ਗਿਆ ਕੱਦੂ ਕਰਨ। ਉੱਥੇ ਗਿਆ ਤੇ ਬਾਹਰੋਂ ਅੱਧੇ ਕੁ ਘੰਟੇ ਬਾਅਦ ਆ ਗਿਆ ਰੋਂਦਾ ਕਰਲਾਂਦਾ। ਮੈਨੂੰ ਕਹਿੰਦਾ ਮੰਮੀ ਤੇਰੀ ਅਮਨ ਖਤਮ ਹੋ ਗਈ ਹੈ। ਉੱਥੇ ਮੈਂ ਵੀ ਡਿੱਗ ਪਈ ਹਾਂ। ਬੱਚਾ ਮੇਰਾ ਬੜਾ ਚੰਗੀ, ਮੇਰੀ ਨੂੰਹ ਨਹੀਂ ਸੀ ਉਹ ਧੀ ਵੀ ਮੇਰੀ ਬੱਚੀ ਜਿਹੜੀ ਛੋਟੀ ਜਿਹੀ ਹੈ ਆਪਣੀ ਮਾਂ ਨੂੰ ਜਾਂਦੀ ਵਾਰ ਦੇਖ ਲੈ। ਮੇਰਾ ਬੇਟਾ ਵੀ ਦੇਖ ਲਵੇ ਜਾਂਦੀ ਵਾਰ ਆਪਣੀ ਮਾਂ ਨੂੰ। ਲਾਸਟ ਇੱਕ ਵਾਰੀ 6 ਮਹੀਨੇ ਹੋ ਗਏ ਦੇਖਿਆ ਨੂੰ ਮਾਂ ਨੂੰ। ਉਸ ਬੱਚੀ ਦਾ ਮੈਨੂੰ ਬਹੁਤ ਦੁੱਖ ਹੈ। ਦੂਜੀ ਖਬਰ ਮੰਦਭਾਗੇ ਹੁਸ਼ਿਆਰਪੁਰ ਤੋਂ ਆਈ ਹੈ, ਜਿੱਥੇ ਪਿੰਡ ਡੁੱਗਰੀ ਆਵਾਨਾ ਦੀ ਵਿਆਹੁਤਾ ਅਮਨਪ੍ਰੀਤ ਕੌਰ ਦੀ ਕੈਨੇਡਾ 'ਚ ਭੇਤ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਅਮਨਪ੍ਰੀਤ ਕੌਰ 6 ਮਹੀਨੇ ਪਹਿਲਾਂ ਹੀ ਸਟੱਡੀ ਵੀਜ਼ੇ ਤੇ ਕੈਨੇਡਾ ਗਈ ਸੀ। ਮ੍ਰਿਤਕ ਦੇ ਪਤੀ ਲਖਬੀਰ ਸਿੰਘ ਨੇ ਦੱਸਿਆ ਕਿ 7 ਸਾਲ ਪਹਿਲਾਂ ਉਸ ਦਾ ਵਿਆਹ ਆਦਮਪੁਰ ਦੀ ਰਹਿਣ ਵਾਲੀ ਅਮਨਪ੍ਰੀਤ ਕੌਰ ਦੇ ਨਾਲ ਹੋਇਆ ਸੀ। ਬੀਤੇ ਸਾਲ 21 ਦਸੰਬਰ ਨੂੰ ਹੀ ਅਮਨਪ੍ਰੀਤ ਕੌਰ ਸਟੱਡੀ ਵੀਜ਼ੇ ਤੇ ਕੈਨੇਡਾ ਦੇ ਸਰੀ ਸ਼ਹਿਰ 'ਚ ਗਈ ਸੀ। ਉਸਨੇ ਦੱਸਿਆ ਕਿ ਰੋਜ਼ਾਨਾ ਹੀ ਪਰਿਵਾਰ ਦੀ ਅਮਨਪ੍ਰੀਤ ਨਾਲ ਫੋਨ ਤੇ ਗੱਲਬਾਤ ਹੁੰਦੀ ਸੀ ਤੇ ਉਹਨਾਂ ਦੀ ਇੱਕ 6 ਸਾਲ ਦੀ ਧੀ ਵੀ ਹੈ। ਬੀਤੇ ਐਤਵਾਰ ਉਹ ਪੂਰੀ ਰਾਤ ਉਸ ਨੂੰ ਫੋਨ ਤੇ ਮੈਸੇਜ ਕਰ ਰਿਹਾ ਸੀ, ਪਰੰਤੂ ਅਮਨਪ੍ਰੀਤ ਦਾ ਕੋਈ ਜਵਾਬ ਨਹੀਂ ਆਇਆ। ਪਰੰਤੂ ਉਸ ਵਕਤ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਦੋਂ ਮਕਾਨ ਮਾਲਕ ਨੇ ਫੋਨ ਚੁੱਕਿਆ ਤੇ ਦੱਸਿਆ ਕਿ ਅਮਨਪ੍ਰੀਤ ਕੌਰ ਨੇ ਘਰ ਵਿੱਚ ਹੀ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਪੀੜਤ ਪਰਿਵਾਰ ਨੇ ਦੋਹਾਂ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਜਾਂਚ ਤੋਂ ਬਾਅਦ ਜੋ ਵੀ ਸਾਹਮਣੇ ਆਵੇ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇ। ਹਾਦਸਾ ਵਿੱਚ ਮੈਨੂੰ ਤਾਂ ਰਾਤ ਨੂੰ ਨਾ 1 ਵਜੇ ਫੋਨ ਆਇਆ ਸੀ। ਚਲੋ ਮੈਂ ਹਾਂ ਵੀ ਨਹੀਂ ਚੱਕ ਹੋਇਆ, ਮੈਂ ਸੁੱਤਾ ਪਿਆ ਸੀ ਵੀ ਜੀ। ਜਦ ਸਵੇਰੇ ਮੈਂ ਦੇਖੀ ਅੱਖ ਖੋਲ੍ਹ ਕੇ, ਮੈਂ ਉਹਨਾਂ WhatsApp 'ਚ ਕੀਤਾ ਵੀ ਕਾਲ ਆਈ ਹੋਈ ਹੈ ਬ੍ਰਦਰ ਦੀ। ਉਹ ਫਿਰ ਮੈਂ ਦੇਖਿਆ, ਮੈਂ ਇਸ ਟਾਈਮ ਰਾਤ ਨੂੰ ਫੋਨ ਕਾਹਦੇ ਵਾਸਤੇ ਉਹਨੇ ਕਰਨਾ। ਅਤੇ ਸਵੇਰੇ ਉਹਨੂੰ ਮੈਂ 8 ਵਜੇ ਉਹਨੂੰ ਫੋਨ ਲਾਉਣਾ ਸ਼ੁਰੂ ਕਰਤਾ। 1 ਲਾਏ, 2 ਲਾਏ, ਉਹਨੇ 5-7 ਫੋਨ ਚੱਕੇ ਨਾ ਜੀ। ਫਿਰ ਮੇਰਾ ਮਨ ਖੜਿਆ ਨਾ, ਮੈਂ ਫਿਰ ਕਰੀ ਗਿਆ ਉਹਨੂੰ। ਉਹ ਤੋਂ ਬਾਅਦ ਇੱਕ ਪੁਲਿਸ ਵਾਲੇ ਨੇ ਉੱਥੇ ਇੰਗਲਿਸ਼ 'ਚ ਬੋਲਣ ਲੱਗ ਗਿਆ ਵੀ ਮੈਂ ਉਹਦਾ ਜਦੋਂ ਮਨ ਮੇਰਾ ਥੜ ਗਿਆ ਵੀ ਇਹ ਬੰਦਾ ਕੌਣ ਬੋਲ ਰਿਹਾ। ਫਿਰ ਮੈਂ ਸੋਚਿਆ ਮੈਂ ਜ਼ਿਆਦਾ ਕੋਈ ਗੱਡੀ ਦਾ ਐਕਸੀਡੈਂਟ ਹੋ ਗਿਆ ਵੀ ਜਿਹੜੇ ਪੁਲਿਸ ਵਾਲੇ ਬੋਲ ਰਹੇ ਵੀ ਉਹ ਗੱਲ ਨਹੀਂ ਕਰਵਾ ਸਕਦੇ ਸਾਡੀ। ਅਤੇ ਫਿਰ ਮੈਂ ਇੱਕ ਨਾ ਮੁੰਡਾ ਸਾਹਮਣੇ ਸਾਡੇ, ਉਹਨੂੰ ਮੈਂ ਫਟਾਫਟ ਗਿਆ ਉਹਦੇ ਕੋਲ। ਮੈਂ ਯਾਰ ਵਿੱਕੀ ਦੇਖੀ ਵੀ ਗੱਲਬਾਤ ਕੀ ਹੋ ਗਈ, ਵੀ ਬੰਦੇ ਨੂੰ ਸਮਝ ਨਹੀਂ ਆ ਰਹੀ। ਫਿਰ ਉਹਨੇ ਅਫਸਰ ਨਾਲ ਗੱਲ ਕੀਤੀ। ਉਹ ਕਹਿੰਦੇ ਸਾਨੂੰ ਵੀ ਪੰਜਾਬੀ 'ਚ ਸਾਨੂੰ ਟਰਾਂਸਲੇਟ ਕਰਕੇ ਦੱਸੋ। ਫਿਰ ਉਹਨਾਂ ਨੇ ਇੱਕ ਅਫਸਰ ਨਾਲ ਗੱਲ ਕਰਾਈ ਪੰਜਾਬੀ 'ਚ, ਉਹ ਬੋਲਿਆ ਤੇ ਉਹ ਕਹਿੰਦਾ ਜੀ ਤੁਹਾਡੇ ਸਿੰਘ ਦੀ ਵੀ ਗੱਡੀ ਦੇ ਵਿੱਚ ਡੈਥ ਪਾਈ ਗਈ ਵੀ ਬਸ ਉਸ ਟਾਈਮ ਤਾਂ ਸਾਡੇ ਫਿਰ ਪੈਰ। ਖੰਨਾ ਤੇ ਹੁਸ਼ਿਆਰਪੁਰ ਤੋਂ ਰਵਿੰਦਰ ਸਿੰਘ ਤੇ ਅਮਰੀਕ ਕੁਮਾਰ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ। ਪੰਜਾਬ ਨਿਊਜ਼ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।